ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 58 ਤੇ 59 ਉੱਪਰ ਸਵਾਇਵਾਨ ਬਾਣੀ ਦੀ ਵਿਚਾਰ ਕਰਾਂਗੇ ਜੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਚੱਲ ਰਹੀ ਹੈ ਜੀ ਸ੍ਰੀ ਰਾਗ ਦੇ ਵਿੱਚ। ਸ੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਧਨ ਸਿਗਾਰੀਐ ਜੋਬਨ ਬਾਦ ਖੁਆਰ। ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿਗਾਰ। ਦੁਖ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜਿਸ ਤਰ੍ਹਾਂ ਦੁਨਿਆਵੀ ਇਸਤਰੀ ਦੀ ਉਦਾਹਰਨ ਦੇ ਨਾਲ ਫਿਰ ਜਿਹੜੀ ਪਰਮਾਤਮਾ ਪਤੀ ਦੇ ਨਾਲ ਜਿਹਦਾ ਮਿਲਾਪ ਨਹੀਂ ਹੋਇਆ, ਇਸ ਤਰ੍ਹਾਂ ਫਿਰ ਉਹਦੇ ਹਿਸਾਬ ਨਾਲ ਉਦਾਹਰਨ ਦੇ ਕੇ ਸਮਝਾ ਰਹੇ ਨੇ ਸਾਨੂੰ। ਕਹਿੰਦੇ ਵੀ ਜੇ ਕੋਈ ਇਸਤਰੀ ਦੇ ਮਤਲਬ ਪਤੀ ਨਹੀਂ ਹੈਗਾ, ਬਿਨ ਪਿਰ ਪਤੀ ਨਹੀਂ ਹੈ ਪਰ ਸ਼ਿੰਗਾਰ ਕਰਦੀ ਆ, ਜਿਸ ਤਰ੍ਹਾਂ ਆਮ ਮਤਲਬ ਦੁਨਿਆਵੀ ਉਦਾਹਰਨ ਦਿੰਦੇ ਨੇ। ਫਿਰ ਕਹਿੰਦੇ ਪਤੀ ਤੋਂ ਬਿਨਾਂ ਜਿਹੜਾ ਉਹਦਾ ਸ਼ਿੰਗਾਰ ਕੀਤਾ ਹੋਇਆ ਤਾਂ ਉਹਦਾ ਜਿਹੜਾ ਇਹ ਵਿਅਰਥ ਜਾਂਦਾ। ਅਤੇ ਜਿਹੜਾ ਉਹਨੇ ਮਤਲਬ ਆਪਣੀ ਜਵਾਨੀ ਦੇ ਵਿੱਚ ਸ਼ਿੰਗਾਰ ਕੀਤਾ ਪਰ ਪਤੀ ਹੈ ਨਹੀਂ ਗਾ, ਹੈ ਨਾ, ਵੀ ਉਹਦਾ ਫਿਰ ਉਹ ਵਿਅਰਥ ਗਿਆ, ਹੈ ਨਾ। ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸ਼ਿੰਗਾਰ। ਫਿਰ ਕਹਿੰਦੇ ਕਿ ਦੁਖ ਘਣੋ ਦੁਹਾਗਣੀ ਨਾ ਕਰ ਸੇਜ ਪਤਾਰ। ਕਹਿੰਦੇ ਜਿਹੜੀ ਦੁਹਾਗਣ ਇਸਤਰੀ ਹੁੰਦੀ ਆ, ਹੈ ਨਾ, ਜਿਸ ਤਰ੍ਹਾਂ ਕਹਿੰਦੇ ਨੇ ਵੀ ਜਿੱਦਾਂ ਕਹਿੰਦੇ ਸੁਹਾਗਣਾ ਕਹਿੰਦੇ ਨੇ ਜੀਵ ਇਸਤਰੀਆਂ ਜੋ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੀਆਂ ਨੇ। ਦੁਹਾਗਣਾ ਜੋ ਪਰਮਾਤਮਾ ਦੇ ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਦਾ ਆਨੰਦ ਨਹੀਂ ਮਾਣਿਆ ਨਾ। ਫਿਰ ਉਹ ਕਹਿੰਦੇ ਜਿਹੜੀ ਦੁਹਾਗਣ ਇਸਤਰੀ ਹੁੰਦੀ ਆ ਉਹਨੂੰ ਮਤਲਬ ਜਿੱਦਾਂ ਪਰਮਾਤਮਾ ਪਤੀ ਤਾਂ ਹਿਰਦੇ ਘਰ ਦੀ ਸੇਜ ਉੱਤੇ ਹਮੇਸ਼ਾ ਹੀ ਆ, ਪਰ ਜਿਹੜੀ ਦੁਹਾਗਣ ਇਸਤਰੀ ਆ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ, ਹੈ ਨਾ, ਕਿ ਵੀ ਮੇਰੀ ਹਿਰਦੇ ਰੂਪੀ ਜਿਹੜੀ ਸੇਜ ਆ ਉਹਦੇ ਉੱਤੇ ਪਤੀ ਪਰਮੇਸ਼ਰ ਹਮੇਸ਼ਾ ਹੀ ਆ। ਫਿਰ ਉਹਨੂੰ ਬਹੁਤ ਦੁੱਖ ਰਹਿੰਦਾ ਹੈਗਾ, ਹੈ ਨਾ। ਅਤੇ ਇਸ ਤਰ੍ਹਾਂ ਹੀ ਕਹਿੰਦੇ ਵੀ ਜਿੱਦਾਂ ਫਿਰ ਉਹ ਪਰਮਾਤਮਾ ਪਤੀ ਨੂੰ ਜਿੱਦਾਂ ਆਪਣੇ ਹਿਰਦੇ ਘਰ ਦੀ ਸੇਜ ਉੱਤੇ ਹੁੰਦਿਆਂ ਸੁਣਦਿਆਂ ਵੀ ਉਹ ਉਹਦਾ ਮਤਲਬ ਪਿਆਰ ਨਹੀਂ ਪਾ ਸਕਦੀ ਅਤੇ ਉਹਦਾ ਜਿਹੜਾ ਸ਼ਿੰਗਾਰ ਹੈਗਾ ਉਹ ਵਿਅਰਥ ਜਾਂਦਾ, ਕਿਉਂਕਿ ਉਹਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਮੇਰਾ ਪਤੀ ਪਰਮੇਸ਼ਰ ਹਮੇਸ਼ਾ ਹੀ ਮੇਰੇ ਹਿਰਦੇ ਘਰ ਦੀ ਸੇਜ ਉੱਤੇ ਹੈ। ਮਨ ਰੇ ਰਾਮ ਜਪੋ ਸੁਖ ਹੋਏ। ਕਹਿੰਦੇ ਹੇ ਮੇਰੇ ਮਨ ਰਾਮ ਨੂੰ ਜਪੋ, ਉਸ ਪਰਮਾਤਮਾ ਨੂੰ ਜਪੋ, ਫਿਰ ਹੀ ਤੈਨੂੰ ਸੁੱਖ ਮਿਲੂਗਾ, ਫਿਰ ਹੀ ਤੈਨੂੰ ਆਨੰਦ ਮਿਲੂਗਾ। ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਓ। ਕਹਿੰਦੇ ਗੁਰੂ ਦੇ ਸ਼ਬਦ ਦੇ ਵਿੱਚ ਮਿਲਿਆ ਹੀ ਪਰਮਾਤਮਾ ਦੇ ਪਿਆਰ ਦਾ ਰੰਗ ਚੜ੍ਹਦਾ, ਅਤੇ ਗੁਰੂ ਤੋਂ ਬਿਨਾਂ ਪਰਮਾਤਮਾ ਨਾਲ ਪ੍ਰੇਮ ਨਹੀਂ ਪਾ ਹੁੰਦਾ। ਅਤੇ ਗੁਰੂ ਦਾ ਜਿਹੜਾ ਸ਼ਬਦ ਆ ਨਾ ਫਿਰ ਉਹ ਰੰਗ ਚਾੜ੍ਹਦਾ ਪਰਮਾਤਮਾ ਦੇ ਪਿਆਰ ਦਾ। ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸਿਗਾਰ। ਕਹਿੰਦੇ ਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਸੁੱਖ ਮਿਲਦਾ। ਫਿਰ ਕਹਿੰਦੇ ਜਿਹੜੀ ਜੀਵ ਇਸਤਰੀ ਆ ਫਿਰ ਕਹਿੰਦੇ ਉਹਨੂੰ ਹਰੀ ਵਰ ਦਾ ਸਿਗਾਰ ਵੀ ਮਿਲਦਾ। ਹਰੀ ਪਰਮਾਤਮਾ ਦੇ ਮਿਲਾਪ ਦੇ ਨਾਲ ਫਿਰ ਉਹਨੂੰ ਆਤਮਿਕ ਅਡੋਲਤਾ ਮਿਲਦੀ ਆ। ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ। ਗੁਰਮੁਖ ਜਾਣ ਸਿਆਣੀਐ ਗੁਰ ਮੇਲੀ ਗੁਣ ਚਾਰ। ਕਹਿੰਦੇ ਫਿਰ ਜਦੋਂ ਉਹ ਇਸਤਰੀ ਨੂੰ ਜੀਵ ਇਸਤਰੀ ਨੂੰ ਗੁਰੂ ਦੇ ਦੁਆਰਾ ਪਰਮਾਤਮਾ ਦੇ ਮਿਲਾਪ ਹੋ ਜਾਂਦਾ, ਫਿਰ ਕਹਿੰਦੇ ਉਹ ਪਰਮਾਤਮਾ ਦੇ ਪਿਆਰ ਦਾ ਗੂੜਾ ਰੰਗ ਆਪਣੇ ਹਿਰਦੇ ਦੀ ਸੇਜ ਉੱਤੇ ਮਾਣਦੀ ਆ। ਕਹਿੰਦੇ ਗੁਰੂ ਦੇ ਗੁਰਮੁਖ ਜਾਣ, ਗੁਰੂ ਦੀ ਸ਼ਰਨ ਪਿਆ ਹੀ ਪਰਮਾਤਮਾ ਦੇ ਨਾਲ ਜਾਣ ਪਛਾਣ ਹੁੰਦੀ ਆ, ਅਤੇ ਗੁਰੂ ਹੀ ਉਸ ਪਰਮਾਤਮਾ ਦੇ ਨਾਲ ਮਿਲਾਉਂਦਾ ਜਿਹੜੇ ਪਰਮਾਤਮਾ ਦੇ ਇੰਨੇ ਜ਼ਿਆਦਾ ਗੁਣ ਨੇ।
ਸੱਚ ਮਿਲੋ ਵਰ ਕਾਮਣੀ, ਪਿਰ ਮੋਹੀ ਰੰਗ ਲਾਏ। ਕਹਿੰਦੇ ਉਹ ਫਿਰ ਜਿਹੜੀ ਹੈਗੀ ਹੈ ਜੀਵ ਇਸਤਰੀ, ਕਹਿੰਦੇ ਉਹ ਆਪਣੇ ਪਰਮਾਤਮਾ ਪਤੀ ਨੂੰ ਮਿਲ ਲੈਂਦੀ ਆ, ਪਿਰ ਮੋਹੀ ਰੰਗ ਲਾਏ। ਫਿਰ ਕਹਿੰਦੇ ਜਦੋਂ ਉਹ ਪਰਮਾਤਮਾ ਪਤੀ ਨੂੰ ਭਾ ਜਾਂਦੀ ਆ ਤੇ ਕਹਿੰਦੇ ਫਿਰ ਉਹਨੂੰ ਪ੍ਰੇਮ ਦਾ ਰੰਗ ਲੱਗ ਜਾਂਦਾ, ਪਰਮਾਤਮਾ ਦੇ ਪ੍ਰੇਮ ਦਾ। ਮਨ ਤਨ ਸਾਚ ਵਿਗਸਿਆ, ਕੀਮਤ ਕਹਿਣ ਨਾ ਜਾਏ। ਹਾਂਜੀ, ਫਿਰ ਕਹਿੰਦੇ ਉਹ ਜੀਵ ਇਸਤਰੀ ਜਿਹਨੂੰ ਪਰਮਾਤਮਾ ਪਤੀ ਦਾ ਮਿਲਾਪ ਮਿਲ ਗਿਆ, ਕਹਿੰਦੇ ਉਹਦਾ ਮਨ ਵੀ ਤੇ ਉਹਦਾ ਤਨ ਵੀ ਉਸ ਸੱਚੇ ਪਰਮਾਤਮਾ ਨੂੰ ਮਿਲਣ ਦੇ ਕਾਰਨ ਕਹਿੰਦੇ ਆਨੰਦ ਤੇ ਖੇੜੇ ਵਿੱਚ ਆ ਜਾਂਦਾ। ਫਿਰ ਉਹਦੀ ਕੀਮਤ ਨਹੀਂ ਕਹੀ ਜਾਂਦੀ, ਫਿਰ ਉਹ ਵਡਮੁੱਲੀ ਹੋ ਜਾਂਦੀ ਆ। ਹਰ ਵਰ ਘਰ ਸੁਹਾਗਣੀ, ਨਿਰਮਲ ਸਾਚੈ ਨਾਏ। ਕਹਿੰਦੇ ਵੀ ਉਹ ਉਸ ਪਵਿੱਤਰ ਪਰਮਾਤਮਾ ਦੇ ਪਵਿੱਤਰ ਨਾਮ ਦੇ ਨਾਲ ਜਦੋਂ ਜੁੜਦੀ ਆ, ਫਿਰ ਕਹਿੰਦੇ ਉਹ ਹਰੀ ਵਰ ਪਰਮਾਤਮਾ ਰੂਪ ਪਤੀ ਨੂੰ ਘਰ ਵਿੱਚ ਹੀ ਪਾ ਲੈਂਦੀ ਆ ਤੇ ਉਹ ਸੁਹਾਗਣ ਬਣ ਜਾਂਦੀ ਆ। ਮਨ ਮਹਿ ਮਨੁਆ ਜੇ ਮਰੈ, ਤਾਂ ਪਿਰ ਰਾਵੈ ਨਾਰ। ਜਿਸ ਤਰ੍ਹਾਂ ਉਸ ਦਿਨ ਵੀਰ ਹਰਸਿਮਰਨ ਸਿੰਘ ਜੀ ਹੋਣਾ ਨੇ ਦੱਸਿਆ ਸੀ ਨਾ ਮਨ ਤੇ ਮਨੂਆ ਦਾ ਫਰਕ। ਫਿਰ ਕਹਿੰਦੇ ਮਨ ਮਹਿ ਮਨੂਆ, ਕਹਿੰਦੇ ਵੀ ਜਿਹੜਾ ਮਨ ਤੇ ਉਹ ਆ ਨਾ ਜਿਹੜਾ ਸਥਿਰ ਹੋਇਆ ਹੋਇਆ, ਜਿਹੜਾ ਚੰਚਲ ਨਹੀਂ ਹੈਗਾ। ਮਨੂਆ ਹੈਗਾ ਜਿਹੜਾ ਚੰਚਲ ਮਨ ਆ। ਕਹਿੰਦੇ ਜਦੋਂ ਮਨ ਮਹਿ ਮਨੂਆ, ਕਹਿੰਦੇ ਉਸ ਮਨ ਦੇ ਵਿੱਚ ਜਿਹਦਾ ਮਨੂਆ ਮਰ ਜਾਵੇ ਨਾ, ਮਨ ਜਦੋਂ ਤੁਹਾਡਾ ਚੰਚਲਤਾ ਛੱਡ ਦੇਵੇ, ਤਾਂ ਫਿਰ ਕਹਿੰਦੇ ਉਹ ਪਰਮਾਤਮਾ ਪਤੀ ਆਪਣੀ ਜਿਹੜੀ ਹੈਗੀ ਆ ਜੀਵ ਇਸਤਰੀ ਉਹਨੂੰ ਅਪਣਾ ਲੈਂਦਾ ਹੈਗਾ। ਫਿਰ ਮਤਲਬ ਜਿਹੜੀ ਜੀਵ ਇਸਤਰੀ ਆ, ਉਹ ਜੀਵ ਇਸਤਰੀ ਜਿਹਦਾ ਮਨ ਹੁਣ ਚੰਚਲ ਨਹੀਂ ਰਿਹਾ, ਸਥਿਰ ਹੋ ਗਿਆ, ਫਿਰ ਉਹ ਪਰਮਾਤਮਾ ਪਤੀ ਦਾ ਮਿਲਾਪ ਮਾਣਦੀ ਆ। ਇਕਤ ਤਾਗੈ ਰਲ ਮਿਲੈ, ਗਲ ਮੋਤੀਅਨ ਕਾ ਹਾਰ। ਫਿਰ ਕਹਿੰਦੇ ਜਿਵੇਂ ਆਪਣੇ ਗਲ ਵਿੱਚ ਹਾਰ ਹੁੰਦਾ ਨਾ ਮੋਤੀਆਂ ਦਾ, ਇੱਕ ਤਾਗੇ ਦੇ ਵਿੱਚ ਸਾਰੇ ਮਣਕੇ ਪਰੋਏ ਹੁੰਦੇ ਨੇ। ਫਿਰ ਜਦੋਂ ਉਹ ਜੀਵ ਇਸਤਰੀ ਪਤੀ ਪਰਮੇਸ਼ਰ ਨਾਲ ਮਿਲਦੀ ਆ, ਉਹ ਇੱਦਾਂ ਦਾ ਮਿਲਾਪ ਹੋ ਜਾਂਦਾ ਵੀ ਉਹ ਇੱਕ ਤਾਗੇ ਦੇ ਮੋਤੀ ਵਾਂਗ ਬਣ ਜਾਂਦੇ ਨੇ। ਸੰਤ ਸਭਾ ਸੁਖ ਉਪਜੈ, ਗੁਰਮੁਖ ਨਾਮ ਆਧਾਰ। ਕਹਿੰਦੇ ਸਾਧ ਸੰਗਤ ਦੇ ਵਿੱਚ ਮਿਲਿਆ ਫਿਰ ਆਨੰਦ ਮਿਲਦਾ। ਗੁਰਮੁਖ ਨਾਮ ਆਧਾਰ, ਕਹਿੰਦੇ ਗੁਰੂ ਦੀ ਸ਼ਰਨ ਪਿਆ ਫਿਰ ਜੀਵ ਨੂੰ ਨਾਮ ਦਾ ਆਸਰਾ ਮਿਲ ਜਾਂਦਾ। ਖਿਨ ਮਹਿ ਉਪਜੈ ਖਿਨ ਖਪੈ, ਖਿਨ ਆਵੈ ਖਿਨ ਜਾਏ। ਸ਼ਬਦ ਪਛਾਣੈ ਰਵ ਰਹੈ, ਨਾ ਤਿਸ ਕਾਲ ਸੰਤਾਏ। ਕਹਿੰਦੇ ਜਿਹੜਾ ਜੀਵ ਹੈਗਾ, ਜਿਹਦਾ ਮਨ ਚੰਚਲ ਹੈਗਾ, ਮਨ ਇੱਦਾਂ ਕਹਿੰਦੇ ਕਦੇ ਦੁਖੀ ਹੁੰਦਾ, ਕਦੇ ਸੁਖੀ ਹੁੰਦਾ, ਕਦੇ ਸਹਿਮ 'ਚ ਆ ਜਾਂਦਾ, ਕਦੇ ਹੌਸਲੇ 'ਚ ਆ ਜਾਂਦਾ, ਵੀ ਮਨ ਇਸ ਤਰ੍ਹਾਂ ਡਿਗੂੰ ਟੈਹੂੰ ਕਰਦਾ ਰਹਿੰਦਾ। ਸ਼ਬਦ ਪਛਾਣੈ ਰਵ ਰਹੇ, ਨਾ ਤਿਸ ਕਾਲ ਸੰਤਾਏ। ਕਹਿੰਦੇ ਜੋ ਜੀਵ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਪਰਮਾਤਮਾ ਨਾਲ ਮਿਲਿਆ ਰਹਿੰਦਾ, ਉਹਨੂੰ ਫਿਰ ਮੌਤ ਦਾ ਦੁੱਖ ਸਤਾਉਂਦਾ ਨਹੀਂ ਹੈਗਾ। ਮਤਲਬ ਉਹਨੂੰ ਫਿਰ ਜਿਹੜੀ ਇਹ ਮੌਤ ਆ ਉਹਦਾ ਸਹਿਮ ਨਹੀਂ ਬਣਦਾ ਹੈਗਾ। ਸਾਹਿਬ ਅਤੁਲ ਨਾ ਤੋਲੀਐ, ਕਥਨ ਨਾ ਪਾਇਆ ਜਾਏ। ਕਹਿੰਦੇ ਉਹ ਪਰਮਾਤਮਾ ਅਤੁੱਲ ਆ। ਜਿਹੜੇ ਅਸੀਂ ਹੈਗੇ ਆ ਜੀਵ, ਸਾਡੀ ਬੁੱਧੀ ਤੁਲਨ ਵਾਲੀ ਬੁੱਧੀ ਆ, ਪਰ ਉਹ ਪਰਮਾਤਮਾ ਸਾਡੀ ਬੁੱਧੀ ਕੋਲੋਂ ਤੋਲਿਆ ਨਹੀਂ ਜਾ ਸਕਦਾ। ਅਸੀਂ ਉਹਦੇ ਬਣਾਏ ਹੋਏ ਜੀਵ ਹੈਗੇ ਆ। ਕਥਨ ਨਾ ਪਾਇਆ ਜਾਏ, ਕਹਿੰਦੇ ਵੀ ਉਹਦੇ ਬਾਰੇ ਕਥਨੀ ਵੀ ਨਹੀਂ ਕੀਤੀ ਜਾ ਸਕਦੀ। ਸਿਰਫ ਨਿਰੀਆਂ ਗੱਲਾਂ ਕਰਨ ਦੇ ਨਾਲ ਵੀ ਉਹ ਪਰਮਾਤਮਾ ਪਾਇਆ ਨਹੀਂ ਜਾ ਸਕਦਾ। ਵਾਪਾਰੀ ਵਣਜਾਰਿਆ, ਆਏ ਵਜੋ ਲਿਖਾਏ। ਕਹਿੰਦੇ ਅਸੀਂ ਜੀਵ ਤਾਂ ਜਿੱਦਾਂ ਹੈਗੇ ਆ, ਮਤਲਬ ਇੱਥੇ ਵਣਜਾਰੇ ਹੈਗੇ ਆ, ਵਪਾਰ ਕਰਨ ਆਏ ਆ, ਅਤੇ ਆਪਣਾ ਸਾਰਾ ਕੁਛ ਉਹ ਪਰਮਾਤਮਾ ਕੋਲੋਂ ਲਿਖਾ ਕੇ ਲੈ ਕੇ ਆਏ ਆ। ਸਾਡੇ ਲੇਖ ਦੇ ਵਿੱਚ ਜਿਹੜੇ ਸਾਡੇ ਕਰਮ ਨੇ, ਅਸੀਂ ਕੀ ਕਰਮ ਕਰਨੇ ਨੇ,
ਅਸੀਂ ਨਾਮ ਸਿਮਰਨਾ ਜਾਂ ਅਸੀਂ ਕੋਈ ਮਾੜੇ ਕਰਮ ਕਰਨੇ ਨੇ, ਉਹ ਸਾਡੇ ਸਾਰੇ ਮਤਲਬ ਪੁਰਾਣੇ ਜਿਹੜੇ ਪਿਛਲੇ ਪੂਰਵਲੇ ਕਰਮ ਨੇ ਉਹਨਾਂ ਦੇ ਹਿਸਾਬ ਨਾਲ ਸਾਡੇ ਆਪਣੇ ਲੇਖ ਮੱਥੇ 'ਤੇ ਲਿਖਾ ਕੇ ਲੈ ਕੇ ਆਏ ਹਾਂ ਪਰਮਾਤਮਾ ਵੱਲੋਂ। ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਏ। ਫਿਰ ਜਿਹੜੇ ਜੀਵ ਪਰਮਾਤਮਾ ਦੀ ਰਜਾ ਦੇ ਵਿੱਚ ਹੀ ਕਾਰ ਕਮਾਵੇ ਸੱਚ ਕੀ, ਉਸ ਪਰਮਾਤਮਾ ਦਾ ਨਾਂ ਲੈਂਦੇ ਨੇ, ਫਿਰ ਕਹਿੰਦੇ ਉਹ ਲਾਭ ਵਾਲਾ ਸੌਦਾ ਪਰਮਾਤਮਾ ਦੀ ਰਜਾ ਵਿੱਚ ਲਿਖਾ ਲੈਂਦੇ ਨੇ। ਪੂੰਜੀ ਸਾਚੀ ਗੁਰ ਮਿਲੈ, ਨਾ ਤਿਸ ਤਿਲ ਨਾ ਤਮਾਏ। ਕਹਿੰਦੇ ਉਹ ਜਿਹੜੇ ਸੱਚੇ ਨਾਮ ਦੀ ਪੂੰਜੀ ਆ ਗੁਰੂ ਕੋਲੋਂ ਹੀ ਮਿਲਦੀ ਆ, ਉਹ ਗੁਰੂ ਜਿਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈਗੀ, ਕੋਈ ਲਾਲਚ ਨਹੀਂ ਹੈਗਾ। ਗੁਰਮੁਖ ਤੋਲ ਤੁਲਾਏ ਸੀ, ਸੱਚ ਤਰਾਜੀ ਤੋਲ। ਆਸਾ ਮਨਸਾ ਮੋਹਣੀ, ਗੁਰ ਠਾਕੀ ਸੱਚ ਬੋਲ। ਕਹਿੰਦੇ ਜੋ ਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ ਹੈ ਨਾ, ਅਤੇ ਫਿਰ ਗੁਰੂ ਉਹਨਾਂ ਦੇ ਤੋਲ ਕਰਦੇ ਰਹਿੰਦਾ ਹੈ ਨਾ, ਗੁਰੂ ਦੇਖਦੇ ਰਹਿੰਦੇ ਨੇ ਉਹਨੂੰ ਸੱਚ ਦੀ ਕਸਵੱਟੀ 'ਤੇ ਲਾ ਕੇ ਕਿ ਵੀ ਹੁਣ ਇਹ ਸੱਚ ਦੀ ਕਸਵੱਟੀ 'ਤੇ ਇਹ ਜੀਵ ਪੂਰਾ ਉਤਰੂਗਾ, ਕਿਉਂਕਿ ਗੁਰੂ ਆਪਣੀ ਬਾਣੀ ਦੇ ਨਾਲ ਉਸ ਦੀ ਜਿਹੜੀ ਆਸਾ ਮਨਸਾ ਹੈਗੀਆਂ ਨੇ ਮਨ ਦੀਆਂ, ਉਹਨਾਂ ਨੂੰ ਰੋਕਦੇ ਨੇ। ਫਿਰ ਉਹਦੇ ਹਿਸਾਬ ਨਾਲ ਦੇਖਦੇ ਰਹਿੰਦੇ ਨੇ ਕਿ ਵੀ ਹੁਣ ਇਹ ਜੀਵ ਸੱਚ ਦੀ ਕਸਵੱਟੀ 'ਤੇ ਪੂਰਾ ਉਤਰੇਗਾ, ਵੀ ਇਹਦੇ ਵਿਕਾਰ ਖਤਮ ਹੋ ਗਏ, ਇਹਦੀਆਂ ਆਸਾਂ ਮਨਸਾ ਖਤਮ ਹੋ ਗਈਆਂ। ਫਿਰ ਜਦੋਂ ਗੁਰੂ ਕੋਲੋਂ ਤੋਲ ਤੁਲ ਜਾਂਦਾ, ਫਿਰ ਪਰਮਾਤਮਾ ਕੋਲ ਜਾਣਾ ਤੋਲ ਤੁਲਣ ਲਈ। ਫਿਰ ਕੀ ਕਹਿੰਦੇ ਨੇ, ਆਪ ਤੁਲਾਏ ਤੋਲ ਸੀ, ਪੂਰੇ ਪੂਰਾ ਤੋਲ। ਫਿਰ ਕਹਿੰਦੇ ਉਹ ਜੀਵ ਜਿਹੜੇ ਗੁਰੂ ਕੋਲੋਂ ਸੱਚ ਦੀ ਕਸਵੱਟੀ 'ਤੇ ਪੂਰੇ ਉਤਰ ਗਏ, ਫਿਰ ਉਹ ਪਰਮਾਤਮਾ ਦੀ ਕਸਵੱਟੀ 'ਤੇ ਜਾਂਦੇ ਨੇ। ਆਪ ਤੁਲਾਏ ਤੋਲ ਸੀ, ਪੂਰੇ ਪੂਰਾ ਤੋਲ। ਫਿਰ ਕਹਿੰਦੇ ਉਹ ਜਿਹੜੇ ਸੱਚ ਦੀ ਕਸਵੱਟੀ 'ਤੇ ਪੂਰੇ ਉਤਰਦੇ ਨੇ, ਫਿਰ ਉਹਨਾਂ ਨੂੰ ਆਪਣਿਆਂ ਨੂੰ ਤੋਲ ਕੇ ਪਰਮਾਤਮਾ ਆਪਣੇ ਖਜ਼ਾਨੇ 'ਚ ਪਾਉਂਦੇ ਨੇ। ਕਥਨੈ ਕਹਿਣ ਨਾ ਛੂਟੀਐ, ਨਾ ਪੜ੍ਹ ਪੁਸਤਕ ਪਾਰ। ਕਾਇਆ ਸੋਚ ਨਾ ਪਾਈਐ, ਬਿਨ ਹਰ ਭਗਤ ਪਿਆਰ। ਕਹਿੰਦੇ ਸਿਰਫ ਜਿੱਦਾਂ ਕਹਿਣ ਮਾਤਰ ਨਾਲ ਕਿ ਸਾਨੂੰ ਪਰਮਾਤਮਾ ਬਾਰੇ ਪਤਾ ਲੱਗ ਗਿਆ, ਜਾਂ ਹੋਰ ਮਤਲਬ ਕੋਈ ਕਿਤਾਬਾਂ ਪੜ੍ਹ ਕੇ ਮਤਲਬ ਕਿ ਗਿਆਨ ਦੀਆਂ ਕਹਿਣਾ ਕਿ ਸਾਨੂੰ ਪਰਮਾਤਮਾ ਬਾਰੇ ਪਤਾ ਲੱਗ ਗਿਆ। ਕਿਸੇ ਚੀਜ਼ ਨਾਲ ਪਰਮਾਤਮਾ ਦੀ ਜਾਣ ਪਛਾਣ ਨਹੀਂ ਹੁੰਦੀ। ਕਾਇਆ ਸੋਚ ਨਾ ਪਾਈਏ, ਸਰੀਰ ਨੂੰ ਸੁੱਚਿਆਂ ਕਰਿਆਂ ਵੀ ਪ੍ਰਾਪਤੀ ਪਰਮਾਤਮਾ ਦੀ ਨਹੀਂ ਹੁੰਦੀ। ਬਿਨ ਹਰ ਭਗਤ ਪਿਆਰ, ਉਸ ਪਰਮਾਤਮਾ ਦੇ ਪਿਆਰ ਪਏ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਕੀ ਕਹਿੰਦੇ ਨੇ, ਨਾਨਕ ਨਾਮ ਨਾ ਵਿਸਰੈ, ਮੇਲੇ ਗੁਰ ਕਰਤਾਰ। ਕਹਿੰਦੇ ਹੇ ਪਰਮਾਤਮਾ ਵੀ ਮੈਨੂੰ ਗੁਰੂ ਮਿਲਾਈ ਰੱਖ, ਮੈਨੂੰ ਤੇਰਾ ਨਾਮ ਕਦੇ ਨਾ ਵਿਸਰੇ। ਨਾਮ ਗੁਰੂ ਕੋਲੋਂ ਮਿਲਣਾ, ਗੁਰੂ ਨੇ ਫਿਰ ਦ੍ਰਿੜ ਕਰਵਾ ਦੇਣਾ। ਫਿਰ ਗੁਰੂ ਦੀ ਚਰਨਾਂ ਸ਼ਰਨਾਂ ਵਿੱਚ ਰਹਿੰਦਿਆਂ ਫਿਰ ਉਹਦਾ ਨਾਂ ਨਹੀਂ ਵਿਸਰਦਾ। ਫਿਰ ਕਹਿੰਦੇ ਨੇ ਕਿ ਹੇ ਪਰਮਾਤਮਾ ਮੈਨੂੰ ਉਹ ਗੁਰੂ ਮਿਲਾ ਦੇ, ਹੇ ਕਰਤਾਰ, ਕਿ ਮੈਨੂੰ ਤੇਰਾ ਫਿਰ ਨਾਮ ਨਾ ਵਿਸਰੇ। ਸ੍ਰੀ ਰਾਗ ਮਹੱਲਾ ਪਹਿਲਾ। ਸਤਿਗੁਰ ਪੂਰਾ ਜੇ ਮਿਲੈ, ਪਾਈਐ ਰਤਨ ਵਿਚਾਰ। ਮਨ ਦੀਜੈ ਗੁਰ ਆਪਣੈ, ਪਾਈਐ ਸਰਬ ਪਿਆਰ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮਤਲਬ ਸਾਡੇ ਜੀਵਾਂ ਲਈ ਕਹਿ ਰਹੇ ਨੇ ਗੁਰੂ ਨਾਨਕ ਪਾਤਸ਼ਾਹ, ਤੇ ਭੇਦ ਨੇ ਪਰਮਾਤਮਾ ਜਾਗਦੀ ਜੋਤ ਨੇ ਨਾ, ਸਾਡੇ ਲਈ ਕਹਿ ਰਹੇ ਨੇ। ਕਹਿੰਦੇ ਵੀ ਜੇ ਪੂਰਾ ਗੁਰੂ ਮਿਲ ਜਾਵੇ ਜੀਵ ਨੂੰ, ਤਾਂ ਫਿਰ ਉਹ ਰਤਨ ਵਿਚਾਰ ਮਿਲ ਜਾਵੇ। ਰਤਨ ਵਿਚਾਰ ਕੀ, ਪਰਮਾਤਮਾ ਦੇ ਨਾਮ ਦੀ ਵਿਚਾਰ ਮਿਲ ਜਾਏ। ਮਨ ਦੀਜੈ ਗੁਰ ਆਪਣੇ, ਪਾਈਐ ਸਰਬ ਪਿਆਰ। ਫਿਰ ਕਹਿੰਦੇ ਉਹ ਜੀਵ ਆਪਣਾ ਮਨ ਗੁਰੂ ਦੇ ਅੱਗੇ ਅਰਪਣ ਕਰ ਦੇਵੇ, ਫਿਰ ਉਹ ਸਾਰਿਆਂ ਨੂੰ ਪਿਆਰ ਕਰਨ ਵਾਲਾ ਪਰਮਾਤਮਾ ਉਸ ਜੀਵ ਨੂੰ ਮਿਲ ਜਾਵੇ। ਮੁਕਤ ਪਦਾਰਥ ਪਾਈਐ, ਅਵਗਣ ਮੇਟਣ ਹਾਰ। ਫਿਰ ਕਹਿੰਦੇ ਗੁਰੂ ਦੇ ਕੋਲੋਂ ਹੀ ਫਿਰ ਉਹ ਮੁਕਤੀ ਦੇਣ ਵਾਲਾ ਪਦਾਰਥ ਨਾਮ ਪਾਈਏ, ਜਿਹਦੇ ਨਾਲ ਸਾਡੇ ਔਗਣ ਮਿਟ ਜਾਣ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ, ਵੇਦ ਬਿਆਸੈ ਕੋਏ ਰਹਾਓ। ਕਹਿੰਦੇ ਭਾਈ ਚਾਹੇ ਜਾ ਕੇ ਬ੍ਰਹਮਾ ਨੂੰ ਪੁੱਛ ਲਓ, ਨਾਰਦ ਨੂੰ ਪੁੱਛ ਲਓ, ਜਿਹਨੇ ਵੇਦ ਲਿਖੇ ਨੇ, ਬਿਆਸ ਰਿਸ਼ੀ ਨੂੰ ਪੁੱਛ ਲਓ ਜਾ ਕੇ, ਵੀ ਗੁਰੂ ਤੋਂ ਬਿਨਾਂ ਗਿਆਨ ਕਿਸੇ ਨੂੰ ਨਹੀਂ ਮਿਲਦਾ, ਕਿਸੇ ਨੂੰ ਨਹੀਂ ਮਿਲਦਾ।
ਗਿਆਨ ਧਿਆਨ ਧੁਨ ਜਾਣੀਐ ਅਕਥ ਕਹਾਵੈ ਸੋਏ। ਕਹਿੰਦੇ ਗੁਰੂ ਤੋਂ ਹੀ ਸਾਨੂੰ ਗਿਆਨ ਦੀ, ਪਰਮਾਤਮਾ 'ਚ ਧਿਆਨ ਜੋੜਨ ਦੀ, ਪਰਮਾਤਮਾ 'ਚ ਸੁਰਤ ਜੋੜਨ ਦੀ ਅਤੇ ਪਰਮਾਤਮਾ ਦੀ ਸਿਫਤ ਸਲਾਹ ਦੀ ਸਾਰਾ ਕੁਝ ਸਾਨੂੰ ਗੁਰੂ ਤੋਂ ਹੀ ਪਤਾ ਚੱਲਦਾ। ਸਫਲਿਓ ਬਿਰਖ ਹਰੀਆਵਲਾ ਸ਼ਾਵਕ ਨੇਰੀ ਹੋਏ। ਲਾਲ ਜਵੇਹਰ ਮਾਨਕੀ ਗੁਰ ਭੰਡਾਰੇ ਸੋਏ। ਕਹਿੰਦੇ ਗੁਰੂ ਇੱਕ ਕਹਿੰਦੇ ਫਲਦਾਰ ਬਿਰਖ ਆ, ਹਰਾ ਕਹਿੰਦੇ, ਜਿਹਦੀ ਸੰਘਣੀ ਛਾਂ, ਕਿਉਂਕਿ ਸਭ ਕੁਝ ਗੁਰੂ ਕੋਲੋਂ ਮਿਲਣਾ। ਅਤੇ ਫਿਰ ਕਹਿੰਦੇ ਗੁਰੂ ਦੇ ਜਿਹੜੇ ਭੰਡਾਰ ਨੇ ਉਹ ਪਰਮਾਤਮਾ ਦੇ ਲਾਲ ਜਵਾਹਰ ਮਾਨਕਾਂ ਗੁਣਾਂ ਦੇ ਮਤਲਬ ਭੰਡਾਰੇ ਭਰੇ ਹੋਏ ਨੇ। ਸਾਰੇ ਗੁਣ ਜਿਹੜੇ ਪਰਮਾਤਮਾ ਦੇ ਨੇ ਉਹ ਗੁਰੂ ਕੋਲੋਂ ਹੀ ਮਿਲਣੇ ਨੇ। ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ। ਉਸ ਪਵਿੱਤਰ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਵੀ ਉਹ ਗੁਰੂ ਦੇ ਭੰਡਾਰੇ ਵਿੱਚੋਂ ਹੀ ਪਾਇਆ ਜਾਂਦਾ, ਗੁਰੂ ਹੀ ਦਿੰਦਾ। ਸਾਚੋ ਵਖਰ ਸੰਚੀਐ ਪੂਰੈ ਕਰਮ ਅਪਾਰ। ਫਿਰ ਕਹਿੰਦੇ ਉਸ ਪਰਮਾਤਮਾ ਦੀ ਜੇ ਕਿਰਪਾ ਦੀ ਦ੍ਰਿਸ਼ਟੀ ਹੁੰਦੀ ਆ ਫਿਰ ਅਸੀਂ ਸੱਚ ਵਖਰ ਇਕੱਠਾ ਕਰਦੇ ਹਾਂ। ਸੱਚ ਵਖਰ ਕੀ? ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਉਹ ਪਰਮਾਤਮਾ ਦੀ ਕਿਰਪਾ ਨਾਲ ਫਿਰ ਅਸੀਂ ਇਕੱਠੀ ਕਰ ਲੈਂਦੇ ਹਾਂ। ਸੁਖ ਦਾਤਾ ਦੁੱਖ ਮੇਟਣੋ ਸਤਿਗੁਰ ਅਸੁਰ ਸੰਗਾਰ। ਕਹਿੰਦੇ ਸਤਿਗੁਰ ਸਾਡੇ ਜਿਹੜੇ ਵਿਕਾਰ ਰੂਪੀ ਦੈਂਤ ਨੇ ਉਹਨਾਂ ਨੂੰ ਮਾਰਨ ਵਾਲਾ ਅਤੇ ਸਾਨੂੰ ਸੁੱਖ ਦੇਣ ਵਾਲਾ ਅਤੇ ਦੁੱਖਾਂ ਨੂੰ ਖਤਮ ਕਰਨ ਵਾਲਾ ਸਤਿਗੁਰ। ਭਵਜਲ ਬਿਖਮ ਡਰਾਵਣੋ ਨਾ ਕੰਦੀ ਨਾ ਪਾਰ। ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜ ਮਲਾਰ। ਸਤਿਗੁਰ ਪੈ ਕਾ ਬੋਹਿਥਾ ਨਦਰੀ ਪਾਰ ਉਤਾਰ। ਕਹਿੰਦੇ ਜਿਹੜੇ ਸੰਸਾਰ ਰੂਪੀ ਕਹਿੰਦੇ ਭਿਆਨਕ ਸਮੁੰਦਰ ਆ, ਕਹਿੰਦੇ ਇਹਦੀ ਮਤਲਬ ਨਾ ਤਾਂ ਇਹਦਾ ਪਰਲਾ ਬੰਨਾ ਦਿਸਦਾ ਨਾ ਇਹਦੀ ਕੰਧੀ ਦਿਸਦੀ ਆ। ਬੜਾ ਕਹਿੰਦੇ ਡਰਾਵਣਾ, ਕਹਿੰਦੇ ਇਹ ਬਿਖਮ ਡਰਾਵਣਾ ਕਹਿੰਦੇ ਸੰਸਾਰ ਸਮੁੰਦਰ ਆ ਇਹ। ਕਹਿੰਦੇ ਨਾ ਸਾਡੇ ਕੋਲ ਕੋਈ ਇਹਦੇ ਵਿੱਚੋਂ ਤਰਨ ਲਈ ਬੇੜੀ ਆ ਨਾ ਤੁਲਹੜਾ। ਤੁਲਹੜਾ ਕੁਛ ਲੱਕੜਾਂ ਦਾ ਇਕੱਠਾ ਕਰਕੇ ਬਣਾਇਆ ਇਕੱਠ ਜਿਹਾ ਹੁੰਦਾ ਜਿਹੜਾ ਵੀ ਇੱਕ ਤਰ੍ਹਾਂ ਤੈਰਨ ਲਈ ਕੰਮ ਆਉਂਦਾ ਨਾ, ਉਹਨੂੰ ਤੁਲਹੜਾ ਕਹਿੰਦੇ ਨੇ। ਨਾ ਕਹਿੰਦੇ ਕੋਈ ਜਿੱਦਾਂ ਮਲਾਹ ਹੈਗਾ, ਕੋਈ ਨਹੀਂ ਹੈਗਾ ਜਿਹੜਾ ਸਾਡੀ ਕੋਈ ਮਦਦ ਕਰ ਸਕੇ ਇਸ ਸੰਸਾਰ ਸਮੁੰਦਰ ਤੋਂ ਤੈਰਨ ਦੇ ਲਈ। ਫਿਰ ਕਹਿੰਦੇ ਜਿਹੜਾ ਸਤਿਗੁਰ ਹੀ ਆ, ਕਹਿੰਦੇ ਉਹੀ ਜਿਹੜਾ ਕਹਿੰਦੇ ਜਹਾਜ਼ ਆ ਜੋ ਇਸ ਸਮੁੰਦਰ ਦੇ ਖਤਰਿਆਂ ਤੋਂ ਸਾਨੂੰ ਆਪਣੀ ਕਿਰਪਾ ਕਰਕੇ ਪਾਰ ਉਤਾਰ ਦੇਗਾ, ਪਰਲੇ ਪੰਨੇ ਲਾ ਦੇਗਾ। ਮਤਲਬ ਸਾਡਾ ਜ਼ਿੰਦਗੀ ਦਾ ਪਾਰ ਉਤਾਰਾ ਕਰ ਦੇਗਾ, ਜ਼ਿੰਦਗੀ ਨੂੰ ਸਫਲ ਕਰ ਦੇਗਾ ਉਹਦਾ ਨਾਮ ਦੇ ਕੇ। ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ। ਜਿਹਵਾ ਜਲੋ ਜਲਾਵਣੀ ਨਾਮ ਨ ਜਪੈ ਰਸਾਏ। ਕਹਿੰਦੇ ਜੇ ਜੀਵ ਨੂੰ ਇੱਕ ਤਿਲ ਲਈ ਵੀ ਉਹ ਪਿਆਰਾ ਵਿਸਰ ਜਾਂਦਾ, ਕਹਿੰਦੇ ਦੁੱਖ ਲੱਗਦੇ ਨੇ ਅਤੇ ਸੁੱਖ ਖਤਮ ਹੋ ਜਾਂਦੇ ਨੇ। ਫਿਰ ਕਹਿੰਦੇ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ। ਜੋ ਜਿਹਵਾ ਕਹਿੰਦੇ ਰੰਗ ਦੇ ਵਿੱਚ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰਚ ਕੇ ਉਹਦਾ ਨਾਂ ਨਹੀਂ ਲੈਂਦੀ, ਇੱਦਾਂ ਦੀ ਜੀਵ ਸੜ ਬਲ ਜਾਏ। ਕਹਿੰਦੇ ਕਈ ਦਫਾ ਆਪਾਂ ਕਾਹਲੀ ਕਾਹਲੀ ਵਿਚਾਰ ਕਰਨ ਲੱਗਿਆਂ ਜੀਵਾ ਜਾਂ ਰਸਨਾ ਅਲੱਗ-ਅਲੱਗ ਆਪਣੇ ਜ਼ੁਬਾਨ 'ਚੋਂ ਨਿਕਲ ਜਾਂਦੇ ਨੇ। ਜਿਹਵਾ ਉੱਥੇ ਵਰਤਦੇ ਨੇ ਜਿਹੜੀ ਪਰਮਾਤਮਾ ਦਾ ਨਾਂ ਨਹੀਂ ਲੈਂਦੀ। ਜੋ ਪਰਮਾਤਮਾ ਦਾ ਨਾਂ ਲੈਂਦੀ ਆ ਉਹ ਰਸ ਵਿੱਚ ਰੰਗੀ ਜਾਂਦੀ ਹੈ, ਫਿਰ ਉਹ ਰਸਨਾ ਬਣ ਜਾਂਦੀ ਆ। ਇੱਥੇ ਜਿਹਵਾ ਕਿਹਾ ਵੀ ਜਿਹੜੀ ਜਿਹਵਾ ਵੀ ਉਹ ਜਲ ਜਾਏ, ਸੜ ਜਾਏ, ਜੋ ਪਰਮਾਤਮਾ ਦੇ ਨਾਮ ਰੰਗ ਵਿੱਚ ਨਹੀਂ ਭਿੱਜਦੀ, ਪ੍ਰੇਮ ਰੰਗ ਵਿੱਚ ਆ ਕੇ ਪਰਮਾਤਮਾ ਦਾ ਨਾਂ ਨਹੀਂ ਲੈਂਦੀ। ਘਟ ਬਿਨਸੈ ਦੁੱਖ ਅਗਲੋ ਜਮ ਪਕੜੈ ਪਛੁਤਾਏ। ਫਿਰ ਕਹਿੰਦੇ ਵੀ ਉਹ ਜੀਵ ਜੋ ਪਰਮਾਤਮਾ ਦਾ ਨਾਂ ਨਹੀਂ ਲੈਂਦਾ, ਵੀ ਜਦੋਂ ਉਹਦਾ ਸਰੀਰ ਬਿਨਸ ਜਾਂਦਾ ਫਿਰ ਉਹਨੂੰ ਕਹਿੰਦੇ ਬਹੁਤ ਦੁੱਖ ਲੱਗਦਾ, ਕਿਉਂਕਿ ਫਿਰ ਉਹ ਜਮ ਉਹਨੂੰ ਪਕੜ ਲੈਂਦਾ। ਫਿਰ ਕਹਿੰਦੇ ਹੁਣ ਪਛਤਾਉਂਦਾ, ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ, ਹੁਣ ਭਗਤੀ ਹੋ ਨਹੀਂ ਸਕਦੀ। ਜਦੋਂ ਤਾਂ ਜੀਵਨ ਮਿਲਿਆ ਸੀ ਮਨੁੱਖਾ ਭਗਤੀ ਕਰਨ ਲਈ, ਉਦੋਂ ਕੀਤੀ ਨਹੀਂ, ਹੁਣ ਹੋ ਨਹੀਂ ਸਕਦੀ, ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਗਾ।
ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ, ਬਿਨ ਨਾਵੈ ਤਨ ਬਾਦ ਹੈ ਭੂਲੋ ਮਾਰਗ ਆਥ। ਕਹਿੰਦੇ ਜਿਹੜੇ ਮਨਮੁਖ ਨੇ ਪਹਿਲਾਂ ਜਦੋਂ ਜੀਵਨ ਦੇ ਕਾਲ ਦੇ ਵਿੱਚ ਤਾਂ ਹਮੇਸ਼ਾ ਆਪਣੀ ਹਉਮੈ 'ਚ ਰਹਿੰਦੇ ਨੇ, ਕਹਿੰਦੇ ਨੇ ਵੀ ਮੇਰਾ ਤਨ, ਮੇਰਾ ਧਨ, ਮੇਰੀ ਇਸਤਰੀ, ਕਹਿੰਦੇ ਸਾਰੇ ਇਹਦੇ ਵਿੱਚ ਉਹ ਗਲਤਾਨ ਰਹਿੰਦੇ ਨੇ। ਭਾਈ ਇਹਨਾਂ ਵਿੱਚੋਂ ਕੁਛ ਵੀ ਜਾਣ ਲੱਗਿਆਂ ਨਾਲ ਨਹੀਂ ਜਾਂਦਾ ਹੈਗਾ। ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਧਨ ਆ ਸਾਰਾ ਉਹ ਵੀ ਵਿਅਰਥ ਆ, ਅਤੇ ਇਨਸਾਨ ਹੈਗਾ ਜਿਹੜਾ ਉਹ ਮਾਇਆ ਦੇ ਰਸਤੇ 'ਤੇ ਚੱਲ ਕੇ ਪਰਮਾਤਮਾ ਨੂੰ ਭੁੱਲਿਆ ਰਹਿੰਦਾ। ਸਾਚੋ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ। ਕਹਿੰਦੇ ਉਸ ਸੱਚੇ ਸਾਹਿਬ ਦੀ ਸੇਵਾ ਕਰੀਏ, ਉਸ ਸੱਚੇ ਪਰਮਾਤਮਾ ਦਾ ਨਾਮ ਸਿਮਰੀਏ, ਜਿਹਨੂੰ ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਹੀ ਅਸੀਂ, ਗੁਰੂ ਹੀ ਸਾਨੂੰ ਉਹਦੇ ਗੁਣਾਂ ਬਾਰੇ ਦੱਸਦਾ ਹੈ, ਗੁਰੂ ਹੀ ਸਾਡੇ ਕੋਲੋਂ ਉਹਦੇ ਗੁਣਾਂ ਦੀ ਸਿਫਤ ਸਲਾਹ ਕਰਵਾਉਂਦਾ ਹੈ। ਆਵੈ ਜਾਏ ਪਵਾਈਐ ਪਏ ਕਿਰਤ ਕਮਾਏ। ਫਿਰ ਕਹਿੰਦੇ ਜੀਵਾਂ ਦੇ ਵੀ ਕੀ ਬਸ, ਜੀਵ ਕਿਤੇ ਕਹਿੰਦੇ ਆਪਣੇ ਜਿਹੜੇ ਪਿਛਲੇ ਪੂਰਵਲੇ ਕਰਮ ਲਿਖ ਕੇ ਆਏ ਨੇ, ਕਹਿੰਦੇ ਉਹਦੇ ਹਿਸਾਬ ਨਾਲ ਹੀ ਸੰਸਕਾਰ ਬਣੇ ਨੇ। ਹੁਣ ਵੀ ਕਹਿੰਦੇ ਜੇ ਪਿਛਲੇ ਕਰਮ ਚੰਗੇ ਨਹੀਂ ਸੀ, ਹੁਣ ਵੀ ਉਹ ਉਸ ਤਰ੍ਹਾਂ ਦੇ ਕਰਮ ਕਮਾਈ ਜਾਂਦੇ ਨੇ, ਅਤੇ ਕਹਿੰਦੇ ਫਿਰ ਜਨਮ ਮਰਨ ਦੇ ਚੱਕਰ ਵਿੱਚ ਪਏ ਹੋਏ ਨੇ। ਪੂਰਬ ਲਿਖਿਆ ਕਿਉਂ ਮੇਟੀਐ ਲਿਖਿਆ ਲੇਖ ਰਜਾਏ। ਕਹਿੰਦੇ ਵੀ ਜੋ ਇਹ ਪਰਮਾਤਮਾ ਨੇ ਆਪਣੀ ਰਜ਼ਾ ਦੇ ਵਿੱਚ ਸਾਡੇ ਪੂਰਵਲੇ ਕਰਮਾਂ ਦੇ ਹਿਸਾਬ ਨਾਲ ਸਾਡਾ ਲੇਖ ਲਿਖਿਆ ਹੋਇਆ, ਇਹ ਫਿਰ ਕਹਿੰਦੇ ਕਿਵੇਂ ਮੇਟਿਆ ਜਾ ਸਕਦਾ, ਵੀ ਤਾਂ ਕਿ ਫਿਰ ਅੱਗੇ ਤੋਂ ਛੁਟਕਾਰਾ ਹੋ ਸਕੇ। ਬਿਨ ਹਰ ਨਾਮ ਨਾ ਛੂਟੀਐ ਗੁਰਮਤ ਮਿਲੈ ਮਿਲਾਏ। ਫਿਰ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੈਗਾ। ਜਦੋਂ ਗੁਰੂ ਦੀ ਮੱਤ 'ਤੇ ਚੱਲਦੇ ਹਾਂ ਫਿਰ ਉਹ ਪਰਮਾਤਮਾ ਮਿਲਦਾ ਹੈ। ਗੁਰੂ ਦੀ ਮੱਤ 'ਤੇ ਚੱਲਿਆ ਫਿਰ ਪਰਮਾਤਮਾ ਕੋਲ ਅਰਦਾਸ ਕਰੀਏ ਫਿਰ ਗੁਰੂ ਮਿਲਾ ਦੇ, ਗੁਰੂ ਦੇ ਮਿਲਿਆ ਹੀ ਪਰਮਾਤਮਾ ਨੇ ਮਿਲਣਾ, ਅਤੇ ਪਰਮਾਤਮਾ ਨੇ ਹੀ ਨਾਮ ਦ੍ਰਿੜ ਕਰਾਉਣਾ, ਗੁਰੂ ਨੇ ਹੀ ਪਰਮਾਤਮਾ ਦਾ ਨਾਮ ਦ੍ਰਿੜ ਕਰਾਉਣਾ ਹੈ। ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਉ ਪ੍ਰਾਨ। ਕਹਿੰਦੇ ਉਹ ਪਰਮਾਤਮਾ ਜਿਹਦਾ ਦਿੱਤਾ ਹੋਇਆ ਮੈਨੂੰ ਜਿੰਦ ਤੇ ਪ੍ਰਾਣ ਨੇ, ਉਹ ਤੋਂ ਬਿਨਾਂ ਮੇਰਾ ਕੋਈ ਆਸਰਾ ਨਹੀਂ ਗਾ। ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ। ਫਿਰ ਕਹਿੰਦੇ ਜੀਵ ਨੂੰ, ਜਿਹੜੇ ਜੀਵ ਦੇ ਵਿੱਚ ਇਹ ਸਾਰੇ ਵਿਕਾਰ ਨੇ, ਉਹ ਜੀਵ ਕਹਿੰਦਾ ਵੀ ਮੇਰੀ ਹਉਮੈ, ਮੇਰੀ ਮਮਤਾ, ਮੇਰਾ ਲੋਭ, ਮੇਰਾ ਅਭਿਮਾਨ ਸਾਰਾ ਕੁਛ ਹੀ ਸੜ ਜਾਏ। ਕਿਉਂ? ਕਿਉਂਕਿ ਇਹਨਾਂ ਵਿਕਾਰਾਂ ਕਰਕੇ ਪਰਮਾਤਮਾ ਨਾਲੋਂ ਜੀਵ ਦੀ ਵਿੱਥ ਬਣੀ ਹੋਈ ਆ। ਜਦੋਂ ਇਹ ਵਿਕਾਰ ਨਹੀਂ ਰਹਿੰਦੇ ਹੈਗੇ ਸਰੀਰ ਦੇ ਅੰਦਰ, ਮਨ ਦੇ ਵਿੱਚ, ਤਾਂ ਉਹ ਮਨ ਚੰਚਲਤਾ ਛੱਡ ਦਿੰਦਾ, ਸਥਿਰ ਹੋ ਜਾਂਦਾ ਅਤੇ ਆਪਣੇ ਹਿਰਦੇ ਘਰ ਵਿੱਚ ਵਸਦੇ ਪਰਮਾਤਮਾ ਨੂੰ ਪਹਿਚਾਣ ਲੈਂਦਾ। ਪਰ ਜਦੋਂ ਇਹ ਵਿਕਾਰ ਜੀਵ ਨੂੰ ਘੇਰੀ ਰੱਖਦੇ ਨੇ ਤਾਂ ਉਹਦਾ ਮਨ ਚੰਚਲ ਹੀ ਰਹਿੰਦਾ, ਤਾਂ ਉਹ ਪਰਮਾਤਮਾ ਦੇ ਮਿਲਾਪ ਨੂੰ ਕਦੇ ਲੋੜਦਾ ਹੀ ਨਹੀਂ ਹੈਗਾ। ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ। ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਦੇ ਨਾਲ ਹੀ ਉਸ ਪਰਮਾਤਮਾ ਦੀ ਵਿਚਾਰ ਕਰੀਏ ਅਤੇ ਫਿਰ ਉਸ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਪਾ ਲਈਏ। ਫਿਰ ਨਿਚੋੜ ਸਾਰਾ ਇਹੀ ਨਿਕਲਦਾ ਕਿ ਸਾਨੂੰ ਪਰਮਾਤਮਾ ਜੀ ਗੁਰੂ ਨਾਲ ਮਿਲਾਪ ਕਰਾ ਦੇਣ ਅਤੇ ਗੁਰੂ ਸਾਨੂੰ ਨਾਮ ਦ੍ਰਿੜ ਕਰਵਾ ਦੇਣ, ਨਾਮ ਦੀ ਕਮਾਈ ਹੋ ਸਕੇ ਅਤੇ ਸਾਡਾ ਇਸ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਲ ਮਿਲਾਪ ਹੋ ਸਕੇ, ਪਰਮਾਤਮਾ ਦੇ ਚਰਨਾਂ ਨਾਲ ਮਿਲਾਪ ਹੋ ਸਕੇ। ਹੁਣ ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਅਸੀਂ ਪੜ੍ਹਨੀ, ਸੁਣਨੀ, ਤਾਂ ਕਿ ਸਾਨੂੰ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ। ਫਿਰ ਅਸੀਂ ਗੁਰੂ ਵਾਲੇ ਬਣੀਏ, ਫਿਰ ਅਸੀਂ ਅੰਮ੍ਰਿਤ ਪਾਨ ਕਰੀਏ, ਅਤੇ ਉਹ ਜਿਹੜਾ ਅੰਮ੍ਰਿਤ ਪਾਨ ਹੈ ਉਹ ਸਾਡੇ ਜਿੱਦਾਂ ਬਾਹਰਲਾ ਅੰਮ੍ਰਿਤ ਮਿਲਦਾ ਹੈ, ਤਾਂ ਸਾਡੇ ਜਿਹੜੇ ਅੰਦਰਲਾ ਅੰਮ੍ਰਿਤ ਆ ਉਹਨੂੰ ਜਾਗ ਲੱਗਦੀ ਆ। ਫਿਰ ਸਾਨੂੰ ਜਿਸ ਤਰ੍ਹਾਂ ਕਹਿੰਦੇ ਕਿ ਲੱਕੜ ਵਿੱਚ ਅੱਗ ਹੁੰਦੀ ਆ, ਪਰ ਉਹਨੂੰ ਉਦੋਂ ਤੱਕ ਨਹੀਂ ਲੱਗਦੀ ਜਦੋਂ ਬਾਹਰੋਂ ਆਪਾਂ ਤੀਲੀ ਨਾਲ ਅੱਗ ਨਹੀਂ ਲਾਉਂਦੇ।
ਫੇਰ ਹੀ ਮੈਂ ਉਹਦੇ ਵਾਲੀ ਅੱਗ ਭੜਕਦੀ ਹੈ। ਇਸ ਤਰ੍ਹਾਂ ਜਦੋਂ ਬਾਹਰੋਂ ਸਾਨੂੰ ਮਿਲਿਆ ਹੋਇਆ ਅੰਮ੍ਰਿਤ ਆ, ਉਹਨੇ ਸਾਡੇ ਅੰਦਰਲੇ ਅੰਮ੍ਰਿਤ ਨੂੰ ਜਾਗ ਲਾਉਣੀ ਆ। ਫਿਰ ਅਸੀਂ ਮਤਲਬ ਸਾਨੂੰ ਪਤਾ ਲੱਗਣਾ ਕਿ ਨਾਮ ਕਿਸ ਤਰ੍ਹਾਂ ਅਸੀਂ ਸਿਮਰਨਾ ਹੈਗਾ, ਉਹਦਾ ਨਾਂ ਕਿਵੇਂ ਲੈਣਾ ਹੈਗਾ। ਫਿਰ ਹੌਲੀ 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 ਪਰਮਾਤਮਾ ਆਪੇ ਵਿਧੀ ਬਣਾਉਂਦੇ ਜਾਂਦੇ ਨੇ ਜੀਵ ਦੀ। ਬਸ ਇੱਕ ਵਾਰ ਸ਼ਰਨ ਆਉਣ ਵਾਲੀ ਗੱਲ ਆ। ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਸਾਰਿਆਂ 'ਤੇ ਮਿਹਰ ਕਰੋ। ਹਾਂਜੀ ਸੰਗਤ ਜੀ, ਇੰਨੀ ਆਪ ਵਿਚਾਰ ਦੀ ਸੇਵਾ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਚੁੱਕਾਂ ਮੇਰੀ ਝੋਲੀ ਪਾ ਦੇਣੀਆਂ ਜੀ। ਸੱਚੇ ਪਿਤਾ ਜੀ, ਪਰਮਾਤਮਾ ਜੀ, ਸਤਿਗੁਰੂ ਜੀ, ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਆਪ ਦੀ ਅਣਜਾਣ ਬੱਚੀ ਸਮਝ ਕੇ ਬਖਸ਼ ਦਿਓ। ਅੱਗੇ ਤੋਂ ਸਮੱਤ ਬਖਸ਼ੋ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।